ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਲ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਸੁਦਾਮਾ ਭਗਤ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਚੱਲਿਆ ਗਣਦਾ ਗੱਟੀਆਂ ਕਿਉਂ ਘਰ ਜਾਈਐ ਕੌਣ ਮਿਲਾਏ, ਪਹੁੰਤਾ ਨਗਰ ਦੁਆਰ ਸਿੰਘ ਦੁਆਰ ਕਲੋਤਾ ਜਾਏ। ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਚਰਨੋਦਕ ਲੈ ਪੈਰ ਧੋਏ ਸਿੰਘਾਸਣ ਉੱਤੇ ਬੈਠਾਏ, ਪੁੱਛੈ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ। ਲੈ ਕੇ ਤੰਦੁਲ ਚੱਬਿਓਨ ਵਿਦਾ ਕਰੈ ਅੱਗੇ ਪਹੁੰਚਾਏ, ਚਾਰ ਪਦਾਰਥ ਸकुच ਪਠਾਏ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਇਸ ਵਾਰ ਦੀ ਪੌੜੀ ਵਿੱਚ ਸੁਦਾਮਾ ਭਗਤ ਜੀ ਦੀ ਜਗਤ ਪ੍ਰਸਿੱਧ ਸਾਖੀ ਦਾ ਵਰਣਨ ਕੀਤਾ ਹੈ। ਸੁਦਾਮਾ ਜੀ ਗੋਕਲ ਦੇ ਬ੍ਰਾਹਮਣ ਸਨ। ਸ੍ਰੀ ਕ੍ਰਿਸ਼ਨ ਜੀ ਅਤੇ ਸੁਦਾਮਾ ਦੋਵੇਂ ਇਕੱਠੇ ਹੀ ਆਪਣੇ ਗੁਰੂ ਸੰਦੀਪਨ ਪਾਸ ਪੜ੍ਹਿਆ ਕਰਦੇ ਸਨ। ਦੋਨਾਂ ਦਾ ਹੀ ਆਪੋ ਵਿੱਚ ਬਹੁਤ ਨਿੱਘਾ ਪ੍ਰੇਮ ਸੀ। ਇੱਕ ਦਿਨ ਗੁਰੂ ਦਾ ਹੁਕਮ ਮੰਨ ਕੇ ਲੱਕੜੀਆਂ ਲਿਆਉਣ ਵਾਸਤੇ ਜੰਗਲ ਵਿੱਚ ਗਏ। ਅਚਾਨਕ ਵਰਖਾ ਆਰੰਭ ਹੋ ਗਈ। ਦੋਵੇਂ ਇੱਕ ਰੁੱਖ ਹੇਠਾਂ ਬੈਠ ਗਏ। ਘਰੋਂ ਟੁਰਨ ਲੱਗਿਆਂ ਸੁਦਾਮੇ ਦੀ ਮਾਂ ਨੇ ਉਸ ਨੂੰ ਛੋਲਿਆਂ ਦੇ ਦਾਣੇ ਭੁੰਨ ਕੇ ਦਿੱਤੇ ਸਨ। ਦੋਨਾਂ ਨੇ ਸਰਦੀ ਕਾਰਨ ਝੁੰਬ ਮਾਰੇ ਹੋਏ ਸਨ। ਸੁਦਾਮੇ ਨੇ ਚੋਰੀ ਬੁੱਕਲ ਵਿੱਚ ਹੀ ਦਾਣੇ ਚੱਬਣੇ ਸ਼ੁਰੂ ਕਰ ਦਿੱਤੇ। ਜਦੋਂ ਕ੍ਰਿਸ਼ਨ ਜੀ ਨੇ ਪੁੱਛਿਆ ਕਿ ਮਿੱਤਰਾ ਕੀ ਖਾਂਦਾ ਪਿਆ ਹੈ, ਕੀ ਚੱਬਦਾ ਪਿਆ ਹੈ, ਤਾਂ ਸੁਦਾਮੇ ਝੂਠ ਹੀ ਕਹਿ ਦਿੱਤਾ ਕਿ ਮੈਂ ਚੱਬਦਾ ਤਾਂ ਕੁਝ ਨਹੀਂ, ਸਰਦੀ ਕਾਰਨ ਮੇਰੇ ਦੰਦ ਵੱਜ ਰਹੇ ਨੇ। ਕ੍ਰਿਸ਼ਨ ਜੀ ਨੇ ਆਖ ਦਿੱਤਾ, ਜਾ ਓਏ ਦਲਿੱਦਰੀਆ, ਮੁੱਠ ਦਾਣਿਆਂ ਦੀ ਬਦਲੇ ਝੂਠ ਮਾਰ ਰਹੇ ਹੈ। ਵਿਦਿਆ ਪੜਨ ਦਾ ਸਮਾਂ ਮੁੱਕ ਗਿਆ। ਸਾਰੇ ਵਿਦਿਆਰਥੀ ਸੱਜਣ ਮਿੱਤਰ ਵਿਛੜ ਗਏ। ਸਮੇਂ ਨੇ ਪੱਕੇ ਮਿੱਤਰ ਕ੍ਰਿਸ਼ਨ ਅਤੇ ਸੁਦਾਮਾ ਜੀ ਨੂੰ ਵੀ ਵਿਛੋੜ ਦਿੱਤਾ। ਸੁਦਾਮੇ ਦਾ ਵਿਆਹ ਹੋ ਗਿਆ, ਪਰ ਛੇਤੀ ਹੀ ਮਾਂ-ਬਾਪ ਚੜ੍ਹਾਈ ਕਰ ਗਏ। ਘਰੋਂ ਸਾਰਾ ਧਨ ਜਿਵੇਂ ਨੀਵੀਂ ਥਾਂ ਵੱਲ ਪਾਣੀ ਰਿੜ ਜਾਂਦਾ ਹੈ, ਇਵੇਂ ਹੀ ਖਤਮ ਹੋਣ ਲੱਗਾ। ਸਹਿਜੇ ਸਹਿਜੇ ਸੁਦਾਮਾ ਕੰਗਾਲ ਹੋ ਗਿਆ। ਧਨ ਕਮਾਉਣ ਲਈ ਕਈ ਉਪਰਾਲੇ ਕੀਤੇ, ਪਰ ਕਮਾਈ ਵਿੱਚ ਬਰਕਤ ਨਾ ਪਈ। ਗਰੀਬੀ ਨਾਲ ਘੁਲਦਿਆਂ ਹੀ ਜ਼ਿੰਦਗੀ ਦਾ ਕਾਫੀ ਸਮਾਂ ਬਤੀਤ ਹੋ ਗਿਆ। ਬਾਲ ਬੱਚੇ ਹੋਏ, ਉਹ ਵੀ ਅੱਧੇ ਪੇਟ ਭੁੱਖੇ ਹੀ ਦਿਹਾੜੇ ਕੱਟਣ ਲੱਗੇ। ਉਧਰ ਕੰਸ ਨੂੰ ਮਾਰਨ ਪਿੱਛੋਂ ਕ੍ਰਿਸ਼ਨ ਜੀ ਗੋਕਲ ਨੂੰ ਤਿਆਗ ਕੇ ਮਥੁਰਾ ਤੋਂ ਦਵਾਰਕਾ ਜਾ ਕੇ ਮਹਾਰਾਜਾ ਬਣ ਗਏ। ਉਹਨਾਂ ਦੀ ਪ੍ਰਭਤਾ ਪਹਿਲਾਂ ਨਾਲੋਂ ਚੌਣ ਸਵਾਈ ਵਧੀ। ਇਸ ਪ੍ਰਭਤਾ ਬਾਬਤ ਸੁਦਾਮੇ ਦੀ ਪਤਨੀ ਸੁਸ਼ੀਲਾ ਨੇ ਵੀ ਕ੍ਰਿਸ਼ਨ ਜੀ ਦੇ ਪ੍ਰੇਮੀਆਂ ਪਾਸੋਂ ਸੁਣਿਆ। ਤਦ ਉਹ ਆਪਣੇ ਪਤੀ ਸੁਦਾਮੇ ਨੂੰ ਆਖਣ ਲੱਗੀ ਕਿ ਸਵਾਮੀ ਜੀ, ਇਸ ਤਰ੍ਹਾਂ ਟੁੱਟੇ ਦਿਲ ਮੰਜੇ ਤੇ ਲੇਟੇ ਰਹਿਣ ਨਾਲ ਗੁਜ਼ਾਰਾ ਨਹੀਂ ਜੀ ਹੋਣਾ। ਤੁਸੀਂ ਅਕਸਰ ਆਖਿਆ ਕਰਦੇ ਹੋ ਕਿ ਕ੍ਰਿਸ਼ਨ ਜੀ ਤੁਹਾਡੇ ਪੱਕੇ ਮਿੱਤਰ ਹਨ, ਸੋ ਤੁਸੀਂ ਉਹਨਾਂ ਪਾਸ ਜਾ ਕੇ ਆਪਣੇ ਮਨ ਦੀ ਵਿਥਿਆ ਦੱਸੋ। ਭੁੱਖੇ ਮਰਦਿਆਂ ਸ਼ਰਮ ਵਿੱਚ ਡੁੱਬੇ ਰਹਿਣ ਦਾ ਕੀ ਫਾਇਦਾ। ਸੁਦਾਮਾ ਜੀ ਨੇ ਆਖਿਆ ਕਿ ਕ੍ਰਿਸ਼ਨ ਜੀ ਮੇਰੇ ਮਿੱਤਰ ਜ਼ਰੂਰ ਹਨ, ਪਰ ਉਹ ਵੱਡੇ ਹਨ, ਅਮੀਰ ਹਨ। ਹੱਥ ਅੱਡ ਕੇ ਮੰਗਣਾ ਮੇਰੇ ਵਾਸਤੇ ਮੁਸ਼ਕਲ ਹੈ। ਦੂਜੇ ਪੈਰਾਂ ਤੋਂ ਨੰਗੇ, ਖਾਲੀ ਹੱਥੀਂ, ਪੇਟੋਂ ਭੁੱਖੇ, ਇਹਨਾਂ ਪਾਟੇ ਬਸਤਰਾਂ ਨਾਲ ਮੈਂ ਆਪਣੇ ਮਿੱਤਰ ਪਾਸ ਕਿਵੇਂ ਜਾਵਾਂਗਾ। ਇਵੇਂ ਕਾਫੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਅੰਤ ਸੁਸ਼ੀਲਾ ਨੇ ਆਪਣੇ ਪਤੀ ਸੁਦਾਮਾ ਜੀ ਨੂੰ ਕ੍ਰਿਸ਼ਨ ਜੀ ਪਾਸ ਜਾਣ ਲਈ ਰਾਜ਼ੀ ਕਰ ਹੀ ਲਿਆ। ਦਿਨ ਚੜ੍ਹਿਆ। ਸੁਦਾਮਾ ਜੀ ਆਪਣੀ ਪਤਨੀ ਵੱਲੋਂ ਕੱਪੜੇ ਲੜ ਬੰਨ੍ਹ ਕੇ ਦਿੱਤੇ ਤੰਦਾਲ ਭਾਵ ਚਾਵਲ ਕੱਛੇ ਮਾਰ ਕੇ ਟੁਰ ਪਏ। ਰਾਹ ਵਿੱਚ ਸੋਚਣ ਕਿ ਕਈ ਸਾਲ ਵਿਛੜਿਆਂ ਹੋ ਗਏ, ਪਤਾ ਨਹੀਂ ਕ੍ਰਿਸ਼ਨ ਜੀ ਨੇ ਮੈਨੂੰ ਪਛਾਣਨਾ ਵੀ ਹੈ ਕਿ ਨਹੀਂ। ਉਹ ਹੁਣ ਮਹਾਰਾਜੇ ਬਣੇ ਹੋਏ ਹਨ। ਮੇਰੀ ਹਾਲਤ ਵੇਖ ਕੇ ਤਾਂ ਮੈਨੂੰ ਕਿਸੇ ਨੇ ਰਾਜ ਦਰਬਾਰ ਦੇ ਨੇੜੇ ਫਟਕਣ ਵੀ ਨਹੀਂ ਦੇਣਾ। ਇਸੇ ਤਰ੍ਹਾਂ ਮਨ ਵਿੱਚ ਉਤਰਾ ਚੜਾ ਕਰਦਿਆਂ ਗਿੱਟੀਆਂ ਗਿਣਦਾ ਸੁਦਾਮਾ ਦਵਾਰਕਾ ਪੁੱਜ ਗਿਆ। ਦਵਾਰਕਾ ਦੀ ਅਨੋਖੀ ਸੁੰਦਰਤਾ ਵੇਖ ਕੇ ਸੁਦਾਮਾ ਚਕਿਤ ਸੀ, ਹੈਰਾਨ ਸੀ। ਮਹਿਲਾਂ ਕੋਲ ਪੁੱਜਾ। ਦੁਆਰ ਅੱਗੇ ਦੁਆਰਪਾਲ ਖਲੋਤੇ ਵੇਖੇ। ਕਿੰਨਾ ਚਿਰ ਦੁਆਰੇ ਅੱਗੇ ਗਰੀਬ ਸੁਦਾਮਾ ਘੁੰਮਦਾ ਰਿਹਾ। ਆਖਰ ਦੁਆਰਪਾਲ ਨੇ ਪੁੱਛਿਆ ਕਿ ਹੇ ਭਲੇ ਪੁਰਸ਼ਾ, ਤੂੰ ਕਿੰਨੀ ਦੇਰ ਤੋਂ ਇੱਥੇ ਘੁੰਮ ਰਿਹਾ ਹੈ? ਕੀ ਗੱਲ ਹੈ? ਕਿਸ ਨੂੰ ਮਿਲਣਾ ਹੈ? ਕਿੱਥੋਂ ਆਇਆ? ਸੁਦਾਮੇ ਨੇ ਘਬਰਾਹਟ ਵਿੱਚ ਹੀ ਅਟਕ ਕੇ ਆਖਿਆ, ਜੀ ਮੇਰਾ ਨਾਮ ਸੁਦਾਮਾ ਹੈ। ਮੈਂ ਕ੍ਰਿਸ਼ਨ ਮਹਾਰਾਜ ਨੂੰ ਮਿਲਣਾ ਹੈ, ਉਹ ਮੇਰੇ ਬਚਪਨ ਦੇ ਮਿੱਤਰ ਹਨ। ਦੁਆਰਪਾਲ ਅਚਰਜਤਾ ਨਾਲ
ਸੁਦਾਮਾ ਜੀ ਨੂੰ ਸਿਰ ਤੋਂ ਪੈਰਾਂ ਤੱਕ ਵੇਖਣ ਲੱਗਾ। ਪਰ ਕ੍ਰਿਸ਼ਨ ਭਗਵਾਨ ਜੀ ਦਾ ਹੁਕਮ ਸੀ ਕਿ ਬਾਦਸ਼ਾਹ ਹੋਵੇ ਜਾਂ ਕੰਗਾਲ, ਕੋਈ ਵੀ ਇਸ ਦਰ ਤੇ ਆਵੇ ਉਸ ਨੂੰ ਨਿਰਾਸ਼ ਨਹੀਂ ਮੁੜਨ ਦੇਣਾ, ਮੈਨੂੰ ਜ਼ਰੂਰ ਮਿਲਾ ਦੇਣਾ ਹੈ। ਸੋ ਉਸ ਦੁਆਰਪਾਲ ਭਾਵ ਪਹਿਰੇਦਾਰ ਨੇ ਸੁਦਾਮੇ ਨੂੰ ਦੁਆਰ ਨੇੜੇ ਇੱਕ ਥਾਂ ਤੇ ਬਿਠਾ ਕੇ ਕ੍ਰਿਸ਼ਨ ਭਗਵਾਨ ਜੀ ਪਾਸੋਂ ਆਗਿਆ ਮੰਗਣ ਲਈ ਚਲੇ ਗਿਆ ਤੇ ਜਾ ਕੇ ਆਖਿਆ ਕਿ ਭਗਵਾਨ ਜੀ, ਇੱਕ ਨਿਰਾਲਾ ਹੀ ਪੁਰਸ਼ ਜਿਸ ਦੀ ਧੋਤੀ ਵਸਤਰ ਪਾਟੇ ਹੋਏ ਆ, ਪੈਰ ਨੰਗੇ ਨੇ, ਤਨ ਵੀ ਨੰਗਾ ਹੈ, ਉਹ ਆਖਦਾ ਹੈ ਕਿ ਮੈਂ ਕ੍ਰਿਸ਼ਨ ਭਗਵਾਨ ਦਾ ਮਿੱਤਰ ਸੁਦਾਮਾ ਹਾਂ। ਸੁਦਾਮੇ ਦਾ ਨਾਮ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਐਨੀ ਖੁਸ਼ੀ ਹੋਈ ਜਿੰਨੀ ਸ਼ਾਇਦ ਉਹਨਾਂ ਨੂੰ ਕਿਸੇ ਰਾਜੇ ਵੱਲੋਂ ਮਿਲਣ ਤੇ ਵੀ ਨਾ ਹੋਈ ਹੋਵੇ। ਨੰਗੇ ਪੈਰੀ ਹੀ ਭਗਵਾਨ ਜੀ ਸਿੰਘਾਸਨ ਛੱਡ ਕੇ ਦਰਵਾਜ਼ੇ ਵੱਲ ਨੂੰ ਦੌੜ ਪਏ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਨਾ, ਜੋ ਪੌੜੀ ਆਪਾਂ ਵਾਚੀਏ ਕਿ ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰਜੀ ਆਏ, ਤੇ ਫਿਰ ਪਹਿਲੇ ਦੇ ਪਰ ਦਖਣਾ, ਪੈਰੀ ਪੈ ਕੇ ਲੈ ਗੱਲ ਲਾਏ। ਨੰਗੇ ਪੈਰੀ ਹੀ ਕ੍ਰਿਸ਼ਨ ਜੀ ਆਪਣੇ ਸਿੰਘਾਸਣ ਤੋਂ ਉੱਠ ਕੇ ਦਰਵਾਜ਼ੇ ਵੱਲ ਦੌੜੇ। ਸੁਦਾਮੇ ਨੇ ਜਦੋਂ ਕ੍ਰਿਸ਼ਨ ਜੀ ਨੂੰ ਵੇਖਿਆ ਤਾਂ ਉਹ ਵੀ ਉੱਠ ਖੜੋਇਆ। ਕ੍ਰਿਸ਼ਨ ਜੀ ਨੇ ਸੁਦਾਮੇ ਨੂੰ ਜੱਫੀ ਪਾ ਲਈ, ਗਲ ਨਾਲ ਲਾਇਆ, ਮੱਥਾ ਚੁੰਮਿਆ, ਜੱਫੀ ਵਿੱਚ ਲੈ ਕੇ ਰਾਜ ਮਹਿਲਾਂ ਵੱਲ ਲੈ ਟੁਰੇ। ਮਹਿਲਾਂ ਵਿੱਚ ਪੁੱਜੇ, ਚੰਦਨ ਦੀ ਚੌਂਕੀ ਤੇ ਆਦਰ ਨਾਲ ਸੁਦਾਮੇ ਨੂੰ ਬਿਠਾਇਆ। ਸੁਦਾਮੇ ਦੇ ਪੈਰ ਧੋਤੇ, ਅਤਰ, ਚੰਦਨ, ਕੇਸਰ ਆਦਿ ਸੁਗੰਧੀਆਂ ਸੁਦਾਮੇ ਦੇ ਅੰਗਾਂ ਤੇ ਮਲੀਆਂ, ਆਪਣੇ ਨਾਲ ਹੀ ਪਲੰਘ ਤੇ ਬਿਠਾ ਲਿਆ। ਰੁਕਮਣੀ ਨੇ ਪੱਖਾ ਝੱਲਿਆ। ਸਾਰੇ ਇਸ ਅਲੌਕਿਕ ਖੇਡ ਨੂੰ ਵੇਖਦੇ ਰਹਿ ਗਏ ਅਤੇ ਆਪੋ ਵਿੱਚ ਗੱਲਾਂ ਕਰਨ ਲੱਗੇ ਕਿ ਹੇ ਭਾਈ, ਵੇਖੋ ਇਹ ਦਲਿੱਦਰੀ ਭਿੱਖਿਆ ਮੰਗਣ ਵਾਲਾ ਜਿਹਦੀਆਂ ਪੈਰਾਂ ਦੀਆਂ ਵਿਆਈਆਂ ਵੀ ਪਾਟੀਆਂ ਹੋਈਆਂ ਨੇ, ਪਰ ਭਗਵਾਨ ਕ੍ਰਿਸ਼ਨ ਜੀ ਉਸ ਦੀ ਸੇਵਾ ਆਪ ਆਪਣੇ ਹੱਥੀਂ ਕਰ ਰਹੇ ਅਤੇ ਰੁਕਮਣੀ ਪੱਖਾ ਝੱਲ ਰਹੀ ਹੈ। ਸਾਰੇ ਬਹੁਤ ਅਚਰਜ ਸਨ। ਕ੍ਰਿਸ਼ਨ ਜੀ ਅਤੇ ਸੁਦਾਮਾ ਦੋਵੇਂ ਆਪਣੇ ਬਚਪਨ ਦੀਆਂ ਗੱਲਾਂ ਕਰਨ ਲੱਗੇ। ਇਵੇਂ ਕਾਫੀ ਸਮਾਂ ਚਿਰਾਂ ਦੇ ਵਿਛੜੇ ਮਿੱਤਰ ਮਿਲੇ, ਗੱਲਾਂ ਬਾਤਾਂ ਕਰਦੇ ਰਹੇ, ਬਚਪਨ ਦੀਆਂ ਯਾਦਾਂ ਸੱਜਣੀਆਂ ਹੋਈਆਂ। ਹੋਰ ਗੱਲਬਾਤ ਪਿੱਛੋਂ ਭਗਵਾਨ ਜੀ ਨੇ ਪੁੱਛਿਆ ਕਿ ਵੀਰ ਜੀ, ਭਰਜਾਈ ਜੀ ਨੇ ਜਿਹੜੀ ਮੇਰੇ ਵਾਸਤੇ ਸੁਗਾਤ ਭੇਜੀ ਆ ਉਹ ਤੁਸੀਂ ਮੈਨੂੰ ਦਿੱਤੀ ਹੀ ਨਹੀਂ। ਪਰ ਸੁਦਾਮਾ ਜੀ ਇਹ ਤੁੱਛ ਜੀ ਭੇਟਾ ਦੇਣੋਂ ਸੰਕੋਚ ਕਰ ਰਹੇ ਸਨ। ਕ੍ਰਿਸ਼ਨ ਭਗਵਾਨ ਨੇ ਆਪ ਹੀ ਪੋਟਲੀ ਖੋਲ ਲਈ ਅਤੇ ਪਿਆਰ ਵਸ ਹੋ ਕੇ ਤੰਦਲ ਚੱਬਣ ਲੱਗੇ। ਲੈ ਕੇ ਤੰਦਲ ਚੱਬਿਓ, ਬੜੇ ਪਿਆਰ ਨਾਲ ਉਹ ਚੌਲ ਖਾ ਰਹੇ ਨੇ, ਚੱਬ ਰਹੇ ਨੇ ਅਤੇ ਨਾਲੋਂ ਨਾਲ ਬੜੇ ਪਿਆਰ ਦੇ ਬਚਨ ਸੁਦਾਮਾ ਜੀ ਨਾਲ ਕਰ ਰਹੇ ਨੇ। ਇਹਨਾਂ ਵਿੱਚੋਂ ਮਹਾ ਆਨੰਦ ਦੀ ਪ੍ਰਾਪਤੀ ਹੋ ਰਹੀ ਦਿਸ ਰਹੀ ਸੀ। ਮਿਹਰ ਵਿੱਚ ਆ ਕੇ ਮੁੱਠੀ ਚੌਲਾਂ ਦੇ ਛਕਦੇ ਅਤੇ ਅਨੇਕਾਂ ਵਾਰ ਸੁਦਾਮੇ ਨੂੰ ਨਾਲੋਂ ਨਾਲ ਦੇਈ ਜਾ ਰਿਹਾ। ਰੁਕਮਣੀ ਨੇ ਰੋਕ ਦਿੱਤਾ ਕਿ ਸਭ ਕੁਝ ਮਿੱਤਰ ਨੂੰ ਹੀ ਸੌਂਪ ਦਿਓਗੇ। ਭਗਵਾਨ ਕ੍ਰਿਸ਼ਨ ਦੇ ਰਾਜ ਮਹਲ ਅਤੇ ਦਰਬਾਰ ਵਿੱਚ ਸੁਦਾਮਾ ਜੀ ਦਾ ਬਹੁਤ ਸਤਿਕਾਰ ਹੋਇਆ। ਕਾਫੀ ਸਮਾਂ ਸੁਦਾਮਾ ਜੀ ਕ੍ਰਿਸ਼ਨ ਜੀ ਪਾਸ ਰਹੇ, ਆਪਣੀ ਕੰਗਾਲਤਾ ਬਾਬਤ ਕੁਝ ਵੀ ਜ਼ਿਕਰ ਨਾ ਕੀਤਾ। ਕੁਝ ਸਮੇਂ ਪਿੱਛੋਂ ਕ੍ਰਿਸ਼ਨ ਜੀ ਪਾਸੋਂ ਵਿਦਾਇਗੀ ਲੈ ਕੇ ਸੁਦਾਮਾ ਵਾਪਸ ਘਰ ਮੁੜਿਆ। ਰਸਤੇ ਵਿੱਚ ਵਿਚਾਰਨ ਲੱਗਾ ਕਿ ਕ੍ਰਿਸ਼ਨ ਜੀ ਨੇ ਮੇਰੀ ਆਓ ਭਗਤ ਤੇ ਬਹੁਤ ਕੀਤੀ, ਪਰ ਮੈਨੂੰ ਧਨ ਨਹੀਂ ਦਿੱਤਾ। ਕਈ ਕੋਹਾਂ ਦਾ ਪੰਧ ਮੁਕਾ ਕੇ ਜਦੋਂ ਘਰ ਪੁੱਜਾ, ਉਸ ਨੂੰ ਉੱਥੇ ਆਪਣੀ ਕੁੱਲੀ ਨਜ਼ਰ ਨਾ ਆਈ। ਜਿੱਥੇ ਉਸ ਦੀ ਝੌਂਪੜੀ ਸੀ ਉੱਥੇ ਸੁੰਦਰ ਮਹਲ, ਬਾਗ, ਤਲਾਬ ਇਤਆਦਿਕ ਪ੍ਰਭੂ ਕਿਰਪਾ ਨਾਲ ਉਸਰੇ ਹੋਏ ਵੇਖੇ। ਤਦ ਮਨ ਵਿੱਚ ਵਿਚਾਰਨ ਲੱਗਾ ਕਿ ਮੈਂ ਸ਼ਾਇਦ ਕਿਸੇ ਹੋਰ ਥਾਂ ਤੇ ਗਲਤੀ ਨਾਲ ਪੁੱਜ ਗਿਆ ਹਾਂ। ਇਵੇਂ ਸੋਚ ਹੀ ਰਿਹਾ ਸੀ ਕਿ ਸੁਦਾਮੇ ਦੀ ਪਤਨੀ ਨੇ ਮਹਿਲ ਦੀ ਬਾਰੀ ਵਿੱਚੋਂ ਆਪਣੇ ਪਤੀ ਜੀ ਨੂੰ ਆਉਂਦਿਆਂ ਤੱਕਿਆ ਤੇ ਸਤਿਕਾਰ ਨਾਲ ਆਵਾਜ਼ ਮਾਰੀ ਕਿ ਦੇਖਿਆ, ਭਗਵਾਨ ਜੀ ਨੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਾਰੇ ਪਦਾਰਥ ਭੇਜ ਦਿੱਤੇ ਨੇ ਤੇ ਝੁੱਗੀ ਦੀ ਥਾਂ ਸੁੰਦਰ ਮਹਲ ਬਣਵਾ ਦਿੱਤਾ। ਲੋਕਾਂ ਨੇ ਵੀ ਆ ਕੇ ਸੁਦਾਮੇ ਨੂੰ ਆਖਿਆ ਕਿ ਤੂੰ ਭਾਗਾਂ ਵਾਲਾ ਹੈ, ਕ੍ਰਿਸ਼ਨ ਜੀ ਨੇ ਤੇਰੇ ਦੁੱਖ ਦੂਰ ਕੀਤੇ। ਇਹ ਸਭ ਤੇਰੀ ਪ੍ਰੇਮਾ ਭਗਤੀ ਤੇ ਸਿਮਰਨ ਦੀ ਬਦੌਲਤ ਹੈ। ਪਤਨੀ ਨੇ ਸੁਦਾਮਾ ਜੀ ਦੀ ਬਹੁਤ ਅਦਬ ਸਤਿਕਾਰ ਨਾਲ ਸੇਵਾ ਕੀਤੀ। ਸੁਦਾਮਾ ਜੀ ਨੂੰ ਚਾਰੇ ਪਦਾਰਥ ਪ੍ਰਾਪਤ ਹੋ ਗਏ। ਸਤਿਗੁਰੂ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਨੇ ਕਿ ਮਨ ਤੂੰ ਵੀ ਗੋਬਿੰਦ ਦਾ ਸਿਮਰਨ ਕਰ। ਜਿਵੇਂ ਅਕਾਲ ਪੁਰਖ ਜੀ ਦੀ ਮਿਹਰ ਨਾਲ ਕ੍ਰਿਸ਼ਨ ਜੀ ਨੇ ਉਸ ਦੇ ਰੰਕ ਪੁਣੇ ਨੂੰ ਦੂਰ ਕੀਤਾ। ਹੇ ਮੇਰੀ ਆਤਮਾ, ਤੂੰ ਵੀ ਕੇਵਲ ਇੱਕ ਵਾਹਿਗੁਰੂ ਜੀ ਦਾ ਨਾਮ ਜਪ, ਕਿਉਂਕਿ ਸਭਨਾਂ ਦੇ ਦਾਤੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੀ ਜੀਵ ਲਈ ਕਲਿਆਣਕਾਰੀ ਸਿੱਧ ਹੋ ਸਕਦਾ ਹੈ।